ਆਪਣੀ ਬੱਚੀਆਂ ਨੂੰ ਇਨਸਾਫ ਦਿਵਾਉਣ ਦੇ ਲਈ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ। ਉਹ ਬੱਚੀਆਂ ਜਿਹੜੀਆਂ ਹਲੇ ਮਾਸੂਮ ਨੇ, ਜਿਨ੍ਹਾਂ ਨੂੰ ਕੁਝ ਪਤਾ ਤੱਕ ਨਹੀਂ ਸੀ, ਪਰ ਰੇਤੇ ਦੇ ਢੇਰ ਦੇ ਵਿੱਚੋਂ ਲਾਸ਼ ਮਿਲੀ, ਕਿਤੇ ਰੇਤੇ 'ਚ ਦੱਬੀ ਹੋਈ ਲਾਸ਼ ਮਿਲੀ। ਇਸ ਤੋਂ ਬਾਅਦ ਘਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਤੇ ਦੂਸਰੇ ਪਾਸੇ ਲੁਧਿਆਣਾ ਦੇ ਵਿੱਚ ਕੈਂਡਲ ਮਾਰਚ ਕੱਢੇ ਗਏ। ਇੱਕ ਨਹੀਂ ਸਗੋਂ ਕਈ ਵਾਰ ਇਹ ਪਰਿਵਾਰ ਘਰ ਦਾ ਦੁੱਖ ਛੱਡ ਕੇ ਸੜਕਾਂ 'ਤੇ ਰੁਲ ਰਿਹਾ ਸੀ ਇਨਸਾਫ ਦੇ ਲਈ। ਦਿਲਰੋਜ਼ ਦੇ ਮਾਮਲੇ ਦੇ ਵਿੱਚ ਇੰਨੀ ਕਰੂਰਤਾ ਦਿਖਾਈ ਗਈ, ਇੰਨੀ ਬੇਰਹਿਮੀ ਦੇ ਨਾਲ ਉਸਨੂੰ ਖਤਮ ਕੀਤਾ ਗਿਆ ਕਿ ਸੁਣ ਕੇ ਦਿਲ ਹਲੂਣਿਆ ਜਾਂਦਾ ਹੈ। ਇੰਨਾ ਢਾਡਾ ਦੁੱਖ ਪਹਿਲਾਂ ਘਰਦਿਆਂ 'ਤੇ ਇਹ ਆਇਆ ਕਿ ਉਹਨਾਂ ਦੀ ਬੱਚੀ ਨਹੀਂ ਰਹੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਨਸਾਫ ਦੇ ਲਈ ਵੀ ਦਰ-ਦਰ ਭਟਕਣਾ ਪੈ ਰਿਹਾ। ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਦੇ ਨਾਲ ਉਹ ਨੀਲਮ ਨਾਮ ਦੀ ਗਵਾਂਢਣ ਜ਼ੁਬਾਨ ਲੜਾ ਰਹੀ ਸੀ। ਬੱਚੀ ਨੂੰ ਖਤਮ ਕਰਨ ਤੋਂ ਬਾਅਦ ਵੀ ਸਵਾਲ ਜਵਾਬ ਕਰ ਰਹੀ ਸੀ। ਸ਼ਰਮਿੰਦਗੀ ਨਹੀਂ ਸੀ, ਕੋਈ ਪਛਤਾਵਾ ਨਹੀਂ ਸੀ, ਦੁੱਖ ਨਹੀਂ ਸੀ ਕਿ ਉਸਨੇ ਇਨਸਾਨੀਅਤ 'ਤੇ ਕਿੱਡੀ ਵੱਡੀ ਸੱਟ ਮਾਰੀ ਹੈ, ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਹੈ। ਗਵਾਂਢ ਤੇ ਲੋਕਾਂ ਦਾ ਵਿਸ਼ਵਾਸ ਖਤਮ ਹੋ ਜਾਵੇਗਾ। ਕਿੰਨੀਆਂ ਹੀ ਚੀਜ਼ਾਂ ਇੱਕ ਵਿਅਕਤੀ ਦੇ ਇਰਦ ਗਿਰਦ ਘੁੰਮਦੀਆਂ ਨੇ। ਉਸਨੇ ਨਾ ਸਿਰਫ ਆਪਣੇ ਪਰਿਵਾਰ ਨੂੰ ਤਬਾਹ ਕੀਤਾ, ਸਗੋਂ ਨਾਲ ਰਹਿੰਦੇ ਪਰਿਵਾਰ ਗਵਾਂਢ ਨੂੰ ਵੀ ਖਤਮ ਕਰ ਦਿੱਤਾ। ਮਾਪੇ ਤੜਫ ਰਹੇ ਹੋਣੇ ਨੇ ਕਿ ਕਿਹੋ ਜਿਹੇ ਬੱਚੇ ਨੇ। ਦੱਸ ਦਈਏ ਕਿ ਉਸ ਗਵਾਂਢਣ ਨੀਲਮ ਦਾ ਭਰਾ ਵੀ ਇੱਕ ਨਸ਼ਈ ਮੁੰਡਾ ਹੈ, ਜਿਸਨੇ ਕਿ ਕੁੱਟ-ਕੁੱਟ ਕੇ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ। ਇੰਨਾ ਹੀ ਨਹੀਂ, ਜਦੋਂ ਉਸਦੀ ਕੁੜੀ ਹੋਈ ਤਾਂ ਇਸ ਪਰਿਵਾਰ ਨੇ ਕਿਹਾ ਕਿ ਅਸੀਂ ਕੁੜੀ ਨਹੀਂ ਰੱਖਣੀ। ਲਿੰਗ ਟੈਸਟ ਕਰਵਾਇਆ ਗਿਆ ਉਸਦੀ ਭਾਬੀ ਦਾ, ਨੀਲਮ ਦੀ ਭਾਬੀ ਦਾ, ਤੇ ਉਸਨੂੰ ਕੁੱਟ ਕੇ ਬਾਹਰ ਕੱਢ ਦਿੱਤਾ ਗਿਆ। ਇਹ ਸਾਰੇ ਗੱਲਾਂ ਬਾਤਾਂ ਦਾ ਖੁਲਾਸਾ ਕਹਿ ਲਵੋ ਜਾਂ ਫਿਰ ਤੁਸੀਂ ਇਲਜ਼ਾਮ ਕਹਿ ਲਵੋ, ਉਸੇ ਭਾਬੀ ਦੇ ਵੱਲੋਂ ਲਗਾਏ ਗਏ। ਇੰਨਾ ਹੀ ਨਹੀਂ, ਉਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਸਾਰੀ ਕੰਪਲੇਂਟ ਕੀਤੀ ਸੀ, ਪਰ ਫਿਰ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਉਸ ਸਮੇਂ ਲੋਕਾਂ ਨੇ ਇਸ ਪਰਿਵਾਰ ਦਾ ਸਾਥ ਦਿੱਤਾ ਸੀ। ਇਹ ਕਿਹਾ ਸੀ ਕਿ ਇਹ ਪਰਿਵਾਰ ਤਾਂ ਬਹੁਤ ਚੰਗਾ ਹੈ। ਜੇਕਰ ਸਮਾਂ ਰਹਿੰਦੇ ਕਿਸੇ ਬਿਮਾਰੀ ਨੂੰ ਜੜ ਤੋਂ ਨਾ ਫੜਿਆ ਜਾਵੇ ਤਾਂ ਉਹ ਵੱਧਦੀ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਹੋਇਆ। ਨੀਲਮ ਨਾਮ ਦੀ ਗਵਾਂਢਣ ਦੇ ਬਾਰੇ ਕਈ ਗੱਲਾਂ ਸਾਹਮਣੇ ਆਈਆਂ ਸੀ, ਜਿਵੇਂ ਕਿ ਘਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹ ਗਲਤ ਕੰਮ ਕਰਦੀ ਸੀ। ਉਸਨੂੰ ਗਲਤ ਕੰਮ ਕਰਨ ਤੋਂ ਜਦੋਂ ਰੋਕਿਆ ਜਾਂਦਾ ਸੀ, ਫਿਰ ਉਸਨੇ ਅਜਿਹਾ ਕੀਤਾ ਕਿ ਪਰਿਵਾਰ ਨੂੰ ਹੀ ਏਡੀ ਵੱਡੀ ਸੱਟ ਮਾਰ ਦਿੱਤੀ। ਉਸਨੇ ਆਪਣੀ ਭਾਬੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਇਹ ਸਾਰਾ ਪਰਿਵਾਰ ਕਿਸ ਤਰ੍ਹਾਂ ਦਾ ਸੀ? ਸਮਾਜ ਦੇ ਵਿੱਚ ਰਹਿਣ ਵਾਲੇ ਇਹ ਲੋਕ ਅਜਿਹੇ ਨਹੀਂ ਹੁੰਦੇ, ਸਮਾਜਿਕ ਨਹੀਂ ਹੁੰਦੇ। ਦੂਸਰਿਆਂ ਦੇ ਨਾਲੋਂ ਵੀ ਇਹ ਰਿਸ਼ਤਾ ਖਤਮ ਕਰਵਾਉਣ ਦੀਆਂ ਗੱਲਾਂ ਦਿਖਾਉਂਦੇ ਨੇ। ਸਮਾਜ ਨੂੰ ਉਹ ਚਿਹਰਾ ਦਿਖਾਉਂਦੇ ਨੇ ਜਿਹੜਾ ਉਹ ਸੱਚ ਨਹੀਂ ਮੰਨ ਸਕਦਾ। ਭਾਵੇਂ ਕਿ ਹਰ ਕੋਈ ਵਿਅਕਤੀ ਇੱਕੋ ਜਿਹਾ ਨਹੀਂ ਹੁੰਦਾ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਹੋਣ ਤੋਂ ਬਾਅਦ ਕਿਸੇ ਦੂਸਰੇ 'ਤੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਕਿਸੇ 'ਤੇ ਭਰੋਸਾ ਕਰਦੇ ਹੋਏ ਬੰਦਾ 10 ਵਾਰੀ ਸੋਚਦਾ ਹੈ ਕਿ ਕਿਤੇ ਇਹਦੇ ਦਿਲ ਦੇ ਵਿੱਚ ਮੇਰੇ ਪ੍ਰਤੀ ਕੋਈ ਖੁੰਦਕ ਤਾਂ ਨਹੀਂ। ਅਗਲਾ ਕਿਸੇ ਨੂੰ ਚੰਗੀ ਸਲਾਹ ਦੇਣ ਲੱਗੇ ਵੀ 100 ਵਾਰੀ ਸੋਚਦਾ ਹੈ ਕਿ ਕਿਤੇ ਮੈਂ ਅੱਜ ਜਿਸ ਨੂੰ ਕੋਈ ਚੰਗੀ ਗੱਲ ਆਖਾਂ ਤੇ ਕੱਲ੍ਹ ਇਹ ਮੈਨੂੰ ਹੀ ਬਰਬਾਦ ਕਰ ਦੇਵੇ। ਨੀਲਮ ਦੇ ਮਾਮਲੇ ਦੇ ਵਿੱਚ ਦਿਲਰੋਜ਼ ਦੇ ਦਾਦਾ ਜੀ ਉਹਨਾਂ ਦੇ ਘਰ ਇਹੀ ਕਹਿਣ ਗਏ ਸੀ ਕਿ ਇਹ ਕੁੜੀ ਵਿਗੜ ਰਹੀ ਹੈ, ਇਹ ਠੀਕ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੀ ਸਾਂਝ ਕਿਸੇ ਗਿਰੋਹ ਦੇ ਨਾਲ ਸੀ, ਉਹ ਗਿਰੋਹ ਜਿਹੜਾ ਕਿ ਗਲਤ ਕੰਮ ਕਰਦਾ ਹੋਵੇ। ਇਸੇ ਕਰਕੇ ਇਹ ਨਿੱਤ ਦਿਨ ਨਵੀਆਂ ਸੋਨੇ ਦੀਆਂ ਮੁੰਦਰੀਆਂ ਪਾਉਂਦੀ ਸੀ। ਨੀਲਮ ਨਾਮ ਦੀ ਗਵਾਂਢਣ ਨੂੰ ਆਖਿਰਕਾਰ ਕਿਉਂ ਕੋਈ ਖੌਫ ਨਹੀਂ ਆਇਆ? ਕਿਉਂ ਕੋਈ ਡਰ ਨਹੀਂ ਰਿਹਾ? ਕਿ ਵਾਕਈ ਹੀ ਉਸਦੇ ਸੰਬੰਧ ਕਿਸੇ ਅਜਿਹੇ ਵਿਅਕਤੀਆਂ ਨਾਲ ਨੇ ਕਿ ਉਸਨੂੰ ਡਰ ਨਹੀਂ ਕਿ ਕੀ ਹੋਵੇਗਾ? ਜਾਂ ਫਿਰ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਸਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਇਸ ਗਲਤਫਹਿਮੀ ਦੇ ਵਿੱਚ ਹੀ ਉਸਨੇ ਐਡਾ ਵੱਡਾ ਖਤਰਨਾਕ ਕੰਮ ਕਰ ਦਿੱਤਾ। ਇਸ ਮਾਮਲੇ ਦੇ ਬਾਰੇ ਹਲੇ ਕਈ ਖੁਲਾਸੇ ਹੋਣੇ ਬਾਕੀ ਨੇ। ਰਿਮਾਂਡ ਤੇ ਵੀ ਲਿਆ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਵੀ ਕਰ ਦਿੱਤਾ ਗਿਆ। 1 ਹਫ਼ਤੇ ਦੇ ਅੰਦਰ ਚਲਾਨ ਪੇਸ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਸਖਤ ਤੋਂ ਸਖਤ ਸਜ਼ਾ ਦੀ ਮੰਗ ਵੀ ਕੀਤੀ ਜਾ ਰਹੀ ਹੈ। ਪਰ ਇਹ ਦੇਖਣਾ ਬੇਹੱਦ ਜ਼ਰੂਰੀ ਹੈ ਕਿ ਉਸਦੇ ਸੰਪਰਕ ਕਿਹੋ ਜਿਹੇ ਲੋਕਾਂ ਦੇ ਨਾਲ ਸੀ,
ਉਸ ਦੀ ਮਾਨਸਿਕ ਸਥਿਤੀ ਕੀ ਸੀ, ਉਸ ਦੇ ਘਰ ਪਰਿਵਾਰਿਕ ਮੈਂਬਰਾਂ ਨੂੰ ਇਸ ਸਾਰੇ ਮਾਮਲੇ ਬਾਰੇ ਪਤਾ ਸੀ ਜਾਂ ਫਿਰ ਨਹੀਂ, ਕਿ ਉਸ ਦਾ ਭਰਾ ਜਾਂ ਫਿਰ ਕੋਈ ਹੋਰ ਵੀ ਇਸ ਦਿਲਰੋਜ਼ ਨੂੰ ਖਤਮ ਕਰਨ ਦੇ ਵਿੱਚ ਸ਼ਾਮਿਲ ਹੈ ਜਾਂ ਫਿਰ ਨਹੀਂ। ਕਿਉਂਕਿ ਮਾਪਿਆਂ ਨੇ ਤਾਂ ਇਹ ਕਹਿ ਦਿੱਤਾ ਕਿ ਸਾਨੂੰ ਨਹੀਂ ਪਤਾ ਸੀ, ਔਰ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਉਹ ਕੱਲੀ ਹੀ ਬੱਚੀ ਨੂੰ ਲਿਜਾਂਦੀ ਦਿਖਾਈ ਦਿੰਦੀ ਹੈ। ਗਾਰਡ ਦੇ ਵੱਲੋਂ ਵੀ ਉਸ ਕੱਲੀ ਔਰਤ ਨੀਲਮ ਨੂੰ ਹੀ ਦੇਖਿਆ ਗਿਆ ਸੀ ਉਸ ਥਾਂ ਤੇ ਜਿੱਥੇ ਦਿਲਰੋਜ਼ ਨੂੰ ਖਤਮ ਕੀਤਾ ਗਿਆ। ਪਰ ਇਹ ਗੱਲਾਂ ਸਾਹਮਣੇ ਆਣੀਆਂ ਕਿ ਉਹ ਬਿਨਾਂ ਕਿਸੇ ਦੀ ਸ਼ਹਿ ਅਤੇ ਗਿਰੋਹ ਦੇ ਇਹ ਕੰਮ ਨਹੀਂ ਕਰ ਸਕਦੀ ਸੀ। ਇਸੇ ਕਰਕੇ ਹੁਣ ਉਸਦੇ ਪੁਰਾਣੇ 6 ਮਹੀਨੇ ਦੀ ਫੋਨ ਰਿਕਾਰਡਿੰਗ, ਕੋਲ ਰਿਕਾਰਡਿੰਗ ਕਢਾਉਣ ਦੀ ਗੱਲ ਕੀਤੀ ਜਾ ਰਹੀ ਹੈ। ਹੋਵੇ ਨਾ ਹੋਵੇ, ਫੋਨ ਤੇ ਹਰ ਕੋਈ ਬੰਦਾ ਉਸ ਵਿਅਕਤੀ ਦੇ ਨਾਲ ਜ਼ਰੂਰ ਗੱਲਾਂ ਕਰਦਾ ਹੈ ਜਿਸ ਦੇ ਨਾਲ ਉਹ ਕੋਈ ਪਲੈਨਿੰਗ ਬਣਾ ਰਿਹਾ ਹੋਵੇ, ਕੋਈ ਸਾਜ਼ਿਸ਼ ਰਚ ਰਿਹਾ ਹੋਵੇ। ਜੇਕਰ ਨੀਲਮ ਨਾਮ ਦੀ ਗਵਾਂਢਣ ਦੇ ਨਾਲ ਕੋਈ ਹੋਰ ਵੀ ਮੌਜੂਦ ਹੈ ਇਸ ਕੇਸ ਦੇ ਵਿੱਚ, ਤਾਂ ਉਹ ਜਲਦ ਹੀ ਸਾਹਮਣੇ ਆਵੇਗਾ। ਪੁੱਛਗਿੱਛ ਤੋਂ ਮਗਰੋਂ ਵੱਡੇ ਖੁਲਾਸੇ ਹੋ ਸਕਦੇ ਨੇ ਅਤੇ ਵੱਡੀ ਤੋਂ ਵੱਡੀ ਸਜ਼ਾ ਵੀ ਮਿਲ ਸਕਦੀ ਹੈ। ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕਿ ਉਸ ਨੀਲਮ ਨਾਮ ਦੀ ਗਵਾਂਢਣ ਨੂੰ ਕੋਈ ਵਕੀਲ ਤੱਕ ਨਾ ਮਿਲੇ। ਲੋਕਾਂ ਦੇ ਸਮੂਹ ਜਦੋਂ ਇਕੱਠੇ ਹੁੰਦੇ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਪੈਨਲ ਦੇ ਨਾਲ ਮੁਲਾਕਾਤ ਕੀਤੀ ਜਾਵੇ, ਵਕੀਲਾਂ ਦੇ ਅੱਗੇ ਪ੍ਰਧਾਨ ਦੇ ਨਾਲ ਮੁਲਾਕਾਤ ਕੀਤੀ ਜਾਵੇ, ਕਿਸੇ ਉੱਚ ਕੋਟੀ ਦੇ ਬੰਦੇ ਦੇ ਨਾਲ, ਕਿ ਇਸ ਔਰਤ ਨੂੰ ਕੋਈ ਵਕੀਲ ਵੀ ਮੁਹੱਈਆ ਨਾ ਕਰਵਾਇਆ ਜਾਵੇ, ਕੋਈ ਇਸ ਦੇ ਹੱਕ ਦੇ ਵਿੱਚ ਕੇਸ ਨਾ ਲੜੇ। ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਪੈਸੇ ਦੀ ਤੰਗੀ ਕਰਕੇ ਲੜੇਗਾ ਵੀ, ਇਸ ਦੇ ਹੱਕ 'ਚ ਖੜੇਗਾ, ਤਾਂ ਅਸੀਂ ਉਸ ਨੂੰ ਫੀਸ ਦੇਣ ਲਈ ਤਿਆਰ ਹਾਂ। ਤੁਹਾਨੂੰ ਪਤਾ ਹੋਣਾ ਹੈ ਕਿ ਦਿਲਰੋਜ਼ ਦੇ ਭੋਗ ਸਮੇਂ ਅਤੇ ਉਸ ਤੋਂ ਪਹਿਲਾਂ ਵੀ ਕਈ ਵੱਡੀਆਂ ਹਸਤੀਆਂ, ਭਾਵੇਂ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਹੋਣ, ਆਮ ਆਦਮੀ ਪਾਰਟੀ ਦੇ ਨਾਲ ਜੁੜੀਆਂ ਹੋਣ, ਉਹ ਦਿਲਰੋਜ਼ ਦੇ ਘਰ ਪਹੁੰਚੀਆਂ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਜਲਦ ਹੀ ਉਸ ਪਾਪਣ ਨੂੰ ਸਜ਼ਾ ਦੇਵਾਂਗੇ ਅਤੇ ਦਿਲਰੋਜ਼ ਨੂੰ ਇਨਸਾਫ ਦਿਵਾਵਾਂਗੇ। ਇਹ ਵੀ ਕਿਹਾ ਗਿਆ ਸੀ ਕਿ ਕੇਸ ਮੁਫਤ ਲੜਿਆ ਜਾਵੇਗਾ। ਵੱਡੀਆਂ ਅਦਾਲਤਾਂ ਦੇ ਵਿੱਚ ਵੱਡੇ ਵੱਡੇ ਵਕੀਲ, ਵੱਡੇ ਵੱਡੇ ਆਗੂਆਂ ਅਤੇ ਲੀਡਰਾਂ ਦੇ ਵੱਲੋਂ ਕੀਤੇ ਜਾਣੇ ਨੇ, ਤਾਂ ਕਿ ਇਸ ਛੋਟੀ ਬੱਚੀ ਅਤੇ ਇਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਨੀਲਮ ਆਪਣਾ ਜੁਰਮ ਤਾਂ ਕਬੂਲ ਕਰ ਹੀ ਚੁੱਕੀ ਹੈ। ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਸਨੇ ਮੰਨਿਆ ਕਿ ਉਹ ਬੱਚੀ ਨੂੰ ਸ਼ਿਮਲਾਪੁਰੀ ਤੋਂ ਸਲਿਮ ਟਾਬਰੀ ਲੈ ਕੇ ਗਈ ਸੀ, ਉਸ ਕਲੋਨੀ ਦੇ ਵਿੱਚ ਜਿੱਥੇ ਉਸ ਨੂੰ ਦੱਬਿਆ ਗਿਆ। ਇੱਕ ਵੱਡਾ ਗਵਾਹ ਗਾਰਡ ਵੀ ਹੈ ਜਿਸ ਨੇ ਉਸ ਨੂੰ ਦੇਖਿਆ ਸੀ ਉੱਥੇ ਬੈਠਦੇ ਹੋਏ, ਕੁਝ ਕਰਦੇ ਹੋਏ। ਪਰ ਕਿਸੇ ਦੇ ਬੱਚੇ ਦਾ ਦੁੱਖ ਉਹ ਕਿਉਂ ਨਹੀਂ ਸਮਝ ਪਾਈ, ਇੱਕ ਮਾਂ ਹੁੰਦੇ ਹੋਏ ਵੀ। ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਉਹ ਕਹਿ ਰਹੀ ਸੀ ਕਿ ਮੇਰੇ ਮਾਂ-ਬਾਪ ਦਾ ਤਾਂ ਕੋਈ ਕਸੂਰ ਹੀ ਨਹੀਂ, ਮਾਂ-ਬਾਪ ਨੇ ਤਾਂ ਕੁਝ ਕੀਤਾ ਹੀ ਨਹੀਂ। ਪਰ ਦੂਸਰੇ ਪਾਸੇ ਦਿਲਰੋਜ਼ ਦੇ ਮਾਪਿਆਂ ਦਾ ਵੀ ਕੋਈ ਕਸੂਰ ਨਹੀਂ ਸੀ। ਆਖਿਰਕਾਰ ਉਹਨਾਂ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਗਈ? ਸਿਰਫ ਇਸ ਗੱਲ ਦੀ ਕਿ ਉਹਨਾਂ ਨੇ ਇਸ ਗਵਾਂਢਣ ਤੇ ਭਰੋਸਾ ਕੀਤਾ। ਬਹੁਤ ਸਾਰੇ ਸਵਾਲ ਇਸ ਸਮੇਂ ਦਿਲਰੋਜ਼ ਦੇ ਮਾਤਾ ਜੀ ਅਤੇ ਪਰਿਵਾਰ ਦੇ ਦਿਮਾਗ ਦੇ ਵਿੱਚ ਨੇ। ਇਸੇ ਕਰਕੇ ਉਹ ਚਾਹੁੰਦੇ ਨੇ ਕਿ ਅਸੀਂ ਇੱਕ ਮੁਲਾਕਾਤ